अस्सलाम वालेकुम जी दोस्तों, की हाल आ? ठीक हो? अच्छा दोस्तों, ਮਰਦਾਨਾ ਕਮਜ਼ੋਰੀ ਜਿਹੜਾ ਉਹ ਬੜਾ ਇੱਕ ਅਹਿਮ ਇਸ਼ੂ ਆ, ਜਿਹੜਾ ਕਿ ਜਦੋਂ ਕਿਸੇ ਨੂੰ ਮਰਦਾਨਾ ਕਮਜ਼ੋਰੀ ਹੋ ਜੇ ਤੇ ਫਿਰ ਉਹ ਦੱਸਦਿਆਂ ਹੋਏ ਵੀ ਸ਼ਰਮਾਂਦਾ ਹੈ, ਆਪਣੀ ਇਨਸਲਟ ਮਹਿਸੂਸ ਕਰਦਾ ਹੈ। ਮਰਦਾਨਾ ਕਮਜ਼ੋਰੀ ਦਾ ਇੱਕ ਜੁਜ਼ਵ ਹੈ ਸੂਰਤ ਅੰਜ਼ਾਲ, ਜਿਹੜਾ ਕਿ ਇੰਤਹਾਈ ਜ਼ਿਆਦਾ ਲੋਕਾਂ ਨੂੰ ਹੋ ਜਾਂਦਾ ਹੈ। ਸੂਰਤ ਅੰਜ਼ਾਲ ਜਿਹੜਾ ਹੈ ਹੁੰਦਾ ਕੀ ਆ ਕਿ ਜ਼ਿਆਦਾ ਵੀਡੀਓ ਦੇਖਣ ਨਾਲ ਜਵਾਨਾਂ ਨੂੰ ਵੀ ਹੋ ਜਾਂਦਾ ਹੈ। ਫਿਰ ਅੱਜ ਕੱਲ੍ਹ ਲੋਕਾਂ ਦਾ ਰੁਝਾਨ ਇਸ ਤਰ੍ਹਾਂ ਦਾ ਹੈ ਵੀ ਨੌਜਵਾਨ ਨਸਲ ਸੈਕਸੀ ਵੀਡੀਓ ਦੇਖਦੀ ਰਹਿੰਦੀ ਆ, ਜਾਂ ਦੂਸਰੀ ਵੀ ਅੱਜ ਕੱਲ੍ਹ ਜਿਹੜੀ ਵੀਡੀਓ ਆ ਉਹਦੇ 'ਚ ਵੀ ਬਹੁਤ ਜ਼ਿਆਦਾ ਸੈਕਸ ਪਾਇਆ ਜਾਂਦਾ ਹੈ। ਅਤੇ ਜਵਾਨੀ ਦੇ ਹਟ ਕੇ ਜਿਹੜਾ ਬੁਢਾਪੇ ਜਦੋਂ ਜਾਂਦਾ ਹੈ ਉਦੋਂ ਅਕਸਰ ਲੋਕਾਂ ਦਾ ਮਸਾਨਾ ਕਮਜ਼ੋਰ ਹੋ ਜਾਂਦਾ ਹੈ, ਮਨੀ ਕਮ ਹੋ ਜਾਂਦੀ ਹੈ ਜਾਂ ਮਨੀ ਪਤਲੀ ਹੋ ਜਾਂਦੀ ਆ, ਅਤੇ ਫਿਰ ਉਹਦੇ ਨਾਲ ਵੀ ਸੂਰਤ ਅੰਜ਼ਾਲ ਹੋ ਜਾਂਦਾ ਹੈ। ਸੂਰਤ ਅੰਜ਼ਾਲ ਕਿਸੇ ਵੀ ਉਮਰ 'ਚ ਹੋਵੇ, ਅਸੀਂ ਤੁਹਾਨੂੰ ਉਹਦਾ ਇਲਾਜ ਦੱਸਣਾ ਹੈ। ਨਾ ਸਿਰਫ ਇਲਾਜ ਦੱਸਣਾ, ਬਲਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਰਮਾਨੈਂਟਲੀ ਠੀਕ ਹੋ ਜਾਓ, ਖਵਾ ਉਹ ਜਵਾਨ ਹੋਣ, ਬੁੜੇ ਲੋਕ ਹੋਣ ਜਾਂ ਕਿਸੇ ਵੀ ਉਮਰ ਦੇ ਲੋਕ ਹੋਣ। ਅੱਛਾ, ਸੂਰਤ ਅੰਜ਼ਾਲ 'ਚ ਇਵੇਂ ਹੁੰਦਾ ਹੈ ਕਿ ਕੋਈ ਜ਼ਰੂਰੀ ਨਹੀਂ ਕਿ ਸੈਕਸ ਕਰਨ ਲੱਗੇ ਸੂਰਤ ਅੰਜ਼ਾਲ ਹੋਵੇ। ਬਾਜ਼ ਲੋਕਾਂ ਨੂੰ ਕੋਈ ਮੂਵੀ ਦੇਖਦਿਆਂ ਹੋਇਆਂ ਵੀ ਅੰਜ਼ਾਲ ਹੋਣਾ ਸ਼ੁਰੂ ਹੋ ਜਾਂਦਾ ਹੈ। ਬਾਜ਼ ਲੋਕਾਂ ਨੂੰ ਸੋਚਣ ਨਾਲ ਵੀ ਅੰਜ਼ਾਲ ਹੋਣਾ ਸ਼ੁਰੂ ਹੋ ਜਾਂਦਾ ਹੈ, ਕਤਰੇ ਗਿਰਨੇ ਸ਼ੁਰੂ ਹੋ ਜਾਂਦੇ ਨੇ ਅਤੇ ਲੇਸਦਾਰ ਮਾਦੇ ਖਾਰਜ ਹੋਣਾ ਸ਼ੁਰੂ ਹੋ ਜਾਂਦੇ ਨੇ, ਅਤੇ ਉਹ ਲੋਕ ਫਿਰ ਬੜੇ ਪਰੇਸ਼ਾਨ ਹੁੰਦੇ ਨੇ ਅਤੇ ਬੀਵੀ ਕੋਲ ਜਾਂਦੇ ਨੇ। ਜਦੋਂ ਸੈਕਸ ਕਰਨ ਲੱਗਦੇ ਨੇ ਬਸ ਸ਼ਹਿਵਤ ਹੁੰਦੀ ਆ ਅਤੇ ਅੰਜ਼ਾਲ ਹੋ ਜਾਂਦਾ ਹੈ। ਇਹ ਸੂਰਤ ਅੰਜ਼ਾਲ ਦਾ ਜਿਹੜਾ ਮਸਲਾ ਹੈ, ਇਹ ਬਹੁਤ ਸਾਰੇ ਲੋਕਾਂ ਨੂੰ ਅੱਜ ਕੱਲ੍ਹ ਗਜ਼ਾ ਨਾਲ ਵੀ ਹੋ ਜਾਂਦਾ ਹੈ, ਲਗਾਤਾਰ ਗਰਮ ਗਜ਼ਾਵਾਂ ਖਾਣ ਨਾਲ। ਦੇਖੋ ਦੋਸਤੋ, ਸਾਡੀ ਇੱਕ ਰੂਟੀਨ ਆ, ਜੇ ਅਸੀਂ ਗਰਮੀਆਂ ਆ ਜਾਣ ਤਾਂ ਠੰਡੀਆਂ ਚੀਜ਼ਾਂ ਦੱਬੀ ਰੱਖਦੇ ਹਾਂ, ਜੇ ਸਰਦੀਆਂ ਆ ਜਾਣ ਤਾਂ ਗਰਮ ਚੀਜ਼ਾਂ ਦੱਬੀ ਰੱਖਦੇ ਹਾਂ। ਜਦਕਿ ਅੱਲਾ ਦੇ ਨਬੀ ਨੇ ਫਰਮਾਇਆ ਕਿ ਗਰਮ ਨਾਲ ਠੰਡਾ ਵੀ ਖਾਓ। ਆਪ ਸੱਲੱਲਾਹੁ ਅਲੈਹਿ ਵਸੱਲਮ ਤਰਬੂਜ਼ ਨਾਲ ਖਜੂਰ ਖਾਂਦੇ ਸੀ। ਉਹਦੀ ਇੱਕ ਹਿਕਮਤ ਸੀ ਕਿ ਤਾਂ ਕਿ ਜਿਹੜੀ ਹੈ ਨਾ ਗਰਮੀ ਖਜੂਰ ਦੀ, ਉਹ ਤਰਬੂਜ਼ ਦੀ ਠੰਡਕ ਨਾਲ ਚਲੀ ਜਾਵੇ। ਲੇਕਿਨ ਸਾਡਾ ਮਾਮੂਲ ਇਸ ਤਰ੍ਹਾਂ ਦਾ ਹੈ, ਅਸੀਂ ਜ਼ਿਆਦਾਤਰ ਗਰਮ ਚੀਜ਼ਾਂ ਹੀ ਖਾਂਦੇ ਹਾਂ। ਹਾਲਾਂਕਿ ਅਸੀਂ ਗਰਮ ਇਲਾਕੇ ਦੇ ਰਹਿਣ ਵਾਲੇ ਲੋਕ ਹਾਂ, ਲੇਕਿਨ ਇਸ ਦੇ ਬਾਵਜੂਦ ਵੀ ਅਸੀਂ ਗਰਮ ਚੀਜ਼ਾਂ ਜ਼ਿਆਦਾ ਖਾਂਦੇ ਹਾਂ। ਅਤੇ ਜੇ ਅਸੀਂ ਸਰਦੀ ਆ ਜਾਏ ਤਾਂ ਫਿਰ ਵੀ ਗਰਮ, ਅਤੇ ਗਰਮੀ ਆ ਜਾਏ ਅਤੇ ਅੰਬ ਵਗੈਰਾ ਉਹ ਵੀ ਗਰਮ। ਜਦਕਿ ਇਹ ਨਹੀਂ ਅਸੀਂ ਕਰਦੇ ਕਿ ਅਗਰ ਅਸੀਂ ਇੱਕ ਗਰਮ ਸ਼ੈ ਖਾਈ ਆ, ਉਹਦਾ ਮੁਤਬਾਦਲ ਕੋਈ ਠੰਡਾ ਵੀ ਖਾਇਆ ਜਾਵੇ। ਅਤੇ ਦੋਸਤੋ, ਬਹੁਤ ਸਾਰੇ ਇਸ਼ੂ ਨੇ, ਬਹੁਤ ਸਾਰੇ ਮਸਾਇਲ ਨੇ ਜਿਹਦੀ ਵਜ੍ਹਾ ਨਾਲ ਸੂਰਤ ਅੰਜ਼ਾਲ ਦਾ ਮਰਜ਼ ਪੈਦਾ ਹੋ ਜਾਂਦਾ ਹੈ। ਅਤੇ ਦੋਸਤੋ, ਅਗਰ ਕਿਸੇ ਮੇਰੇ ਭਾਈ ਨੂੰ, ਦੋਸਤ ਨੂੰ, ਅਜ਼ੀਜ਼ ਨੂੰ ਇਹ ਮਰਜ਼ ਹੋ ਚੁੱਕਿਆ ਹੈ ਅਤੇ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਹਰ ਜਿਹੜਾ ਮਰਜ਼ ਆ ਉਹਦਾ ਇਲਾਜ ਮੌਜੂਦ ਆ। ਅੱਲਾਹ ਪਾਕ ਕੁਰਾਨ 'ਚ ਫਰਮਾਂਦਾ ਹੈ कि मैंने कोई मर्ज़ ऐसा पैदा नहीं किया जो लाइलाज हो, मैंने हर मर्ज़ का इलाज पैदा किया है। तो दोस्तों, मर्ज़ कोई भी होवे, ਉਹਦਾ ਇਲਾਜ ਕਰਾਉਣਾ ਵੀ ਸੁਨਨਤ ਨਬਵੀ ਆ। ਉਹਦਾ ਤੁਸੀਂ ਇਲਾਜ ਕਰਾਓ, ਇਹਦੇ ਵਿੱਚ ਸ਼ਰਮਾਉਣ ਵਾਲੀ ਕੋਈ ਗੱਲ ਨਹੀਂ। ਅਗਰ ਤੁਹਾਨੂੰ ਕੋਈ ਐਸਾ ਇਸ਼ੂ ਹੋ ਚੁੱਕਿਆ ਹੈ ਅਤੇ ਤੁਸੀਂ ਇਹ ਨਾ ਹੋਵੇ ਕਿ ਤੁਸੀਂ ਸ਼ਰਮਾਉਂਦੇ ਰਹੋ ਅਤੇ ਤੁਹਾਡਾ ਮਰਜ਼ ਵੱਧਦਾ ਰਹੇ। ਅਤੇ ਦੋਸਤੋ, ਤੁਹਾਡਾ ਦੋਸਤ, ਤੁਹਾਡਾ ਭਾਈ ਡਾਕਟਰ ਨਸੀਮ ਇਬਰਾਹੀਮ ਫਰਾਮ ਛੱਤਾਪੁਰ ਹਮੇਸ਼ਾ ਹੀ ਕੋਸ਼ਿਸ਼ ਕਰਦਾ ਹੈ ਕਿ ਤੁਹਾਡੇ ਇਸ਼ੂ ਨੂੰ, ਜਿਹੜਾ ਵੀ ਤੁਹਾਨੂੰ ਪੈਦਾ ਹੋ ਚੁੱਕਿਆ ਮਰਜ਼, ਉਹਨੂੰ ਹੱਲ ਕਰਨ ਦੀ, ਉਹਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਤੁਹਾਨੂੰ ਐਸੀ ਦਵਾਈ ਦੱਸਦਾ ਹੈ ਕਿ ਤੁਸੀਂ ਘਰ ਬੈਠੇ ਆਪਣਾ ਇਲਾਜ ਕਰ ਸਕੋ। ਅਤੇ ਅੱਜ ਦੇ ਜਿਹੜੀ ਮਰਜ਼ ਆ ਸੂਰਤ ਅੰਜ਼ਾਲ, ਇਹਦਾ ਵੀ ਅਸੀਂ ਤੁਹਾਨੂੰ ਐਸਾ ਇਲਾਜ ਦੱਸਣਾ ਕਿ ਤੁਸੀਂ ਘਰ ਬੈਠੇ ਇਲਾਜ ਕਰ ਸਕੋ। ਅਤੇ ਦੋਸਤੋ, ਅਗਰ ਕਿਸੇ ਨੂੰ ਇਹ ਮਸਲਾ ਹੈ ਤਾਂ ਕਰਨਾ ਕੀ ਆ, ਹੋਮੀਓਪੈਥਿਕ ਦਵਾ ਮੈਡੋਰੀਨਮ CM ਦੇ ਵਿੱਚ ਇੱਕ ਖੁਰਾਕ ਲੈਣੀ ਆ, ਅਤੇ 2-3 ਦਿਨ ਕੋਈ ਦਵਾਈ ਨਹੀਂ ਲੈਣੀ। 2-3 ਦਿਨ ਤੋਂ ਬਾਅਦ ਕੋਨੀਅਮ 200 ਤਾਕਤ ਦੇ ਵਿੱਚ ਲੈਣੀ ਆ। 5 ਕਤਰੇ ਰੋਜ਼ਾਨਾ ਕਿਸੇ ਵੀ ਟਾਈਮ ਪਾਣੀ 'ਚ ਪਾ ਕੇ ਪੀਂਦੇ ਰਹਿਣਾ। ਤਕਰੀਬਨ 20 ਤੋਂ 30 ਦਿਨ ਤੱਕ ਇਹ ਦਵਾਈ ਇਸਤੇਮਾਲ ਕਰਨੀ ਆ। ਫਿਰ ਤੁਸੀਂ ਦੇਖੋਗੇ ਕਿ ਸੂਰਤ ਅੰਜ਼ਾਲ ਬਿਲਕੁਲ ਠੀਕ ਹੋ ਗਿਆ ਹੈ ਅਤੇ ਤੁਹਾਡਾ ਜਿਹੜਾ ਮਸਲਾ ਹੈ ਉਹ ਹੱਲ ਹੋ ਗਿਆ ਹੈ। ਲਿਹਾਜ਼ਾ ਦੋਸਤੋ, ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੀ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਜਲਦ ਮਿਲ ਸਕੇ। ਸ਼ੁਕਰੀਆ। ਅੱਲਾ ਹਾਫਿਜ਼।